ਸਤਿ ਸ਼੍ਰੀ ਅਕਾਲ ਜੀ। ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਦੇਸ਼ ਦੇ ਸਰਵਸ਼੍ਰੇਸ਼ਟ ਸਕੂਲ ਨੇ। ਦੇਸ਼ ਭਰ ਵਿੱਚ ਇੱਕ ਜ਼ਿਲ੍ਹੇ ਵਿੱਚ ਇੱਕ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਨਾਲ ਸੰਬੰਧਿਤ ਹੈ। ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਦੇ ਵਿੱਚ 6ਵੀਂ ਅਤੇ 9ਵੀਂ ਜਮਾਤ ਦੇ ਵਿੱਚ ਦਾਖਲੇ ਹੁੰਦੇ ਹਨ। ਵਿਦਿਆਰਥੀ ਨੂੰ ਇਹਨਾਂ ਕਲਾਸਾਂ ਵਿੱਚ ਦਾਖਲਾ ਲੈਣ ਲਈ ਐਂਟਰੈਂਸ ਟੈਸਟ ਦੇਣਾ ਪੈਂਦਾ ਹੈ। ਉਸੇ ਐਂਟਰੈਂਸ ਟੈਸਟ ਵਾਲੀ ਜੋ ਪੈਟਰਨ ਹੈ, ਸਿਲੇਬਸ ਹੈ, ਉਹਦੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੋ ਇਹ ਵਾਲਾ ਟੈਸਟ ਹੋਣਾ ਹੈ, ਇਹ ਟੈਸਟ ਕਦੋਂ ਹੋਣ ਜਾ ਰਿਹਾ ਹੈ। ਇਹ ਵਾਲਾ ਟੈਸਟ जो 20 जनवरी 2024 ਨੂੰ ਹੋਵੇਗਾ। ਸੋ ਵਿਦਿਆਰਥੀਓ ਟਾਈਮ ਕਾਫੀ ਪਿਆ ਹੈ, ਪਰ ਤਿਆਰੀ ਵੀ ਕਰਨੀ ਕਾਫੀ ਅੱਗੇ ਦੇਖੋਗੇ, ਸਿਲੇਬਸ ਵੀ ਬਹੁਤ ਜ਼ਿਆਦਾ ਹੈ। ਸੋ ਇਸ ਨੂੰ ਹੁਣੇ ਸ਼ੁਰੂ ਕਰ ਦਿਓ ਆਪਣੀ ਤਿਆਰੀ ਕਰਨ ਨੂੰ, ਤਾਂ ਜੋ ਤੁਹਾਡੀ ਬਿਹਤਰੀਨ ਪਰਫਾਰਮੈਂਸ ਹੋ ਸਕੇ ਉਸ ਟੈਸਟ ਵਿੱਚ ਜੀ। ਇਸ ਟੈਸਟ ਦਾ ਜੋ ਟਾਈਮ ਹੋਵੇਗਾ, ਪੇਪਰ ਦਾ ਟਾਈਮ ਹੋਵੇਗਾ, ਉਹ 2 ਘੰਟੇ ਹੋਵੇਗਾ ਸਮਾਂ। 2 ਘੰਟਿਆਂ ਦੇ ਵਿੱਚ ਇਹ ਟੈਸਟ ਬੱਚੇ ਨੇ ਦੇਣਾ ਹੈ। ਵਿਦਿਆਰਥੀ ਨੇ 2 ਘੰਟੇ 'ਚ ਪੂਰਾ ਪੇਪਰ ਹੱਲ ਕਰ ਦੇਣਾ ਹੈ ਤੇ ਇਹਦੇ ਵਿੱਚ ਕੁੱਲ ਸਵਾਲ ਆਉਣਗੇ 80। ਇਸ ਪੇਪਰ ਵਿੱਚ ਜੋ ਸਵਾਲ ਆਉਣਗੇ ਉਹ ਹੋਣਗੇ 80। ਇਹਨਾਂ 80 ਸਵਾਲਾਂ ਦੇ ਜੋ ਅੰਕ ਹੋਣਗੇ ਉਹ ਹੋਣਗੇ 100 ਅੰਕ। ਪੂਰਾ 100 ਅੰਕ ਹੋਵੇਗਾ। 80 ਸਵਾਲ ਹੋਣਗੇ, 80 ਸਵਾਲਾਂ ਦੇ 100 ਅੰਕ ਹੋਣਗੇ। ਯਾਨੀ ਕਿ ਇੱਕ ਸਵਾਲ ਦੇ 100 ਅੰਕ ਜੀ ਬਿਲਕੁਲ। ਇੱਕ ਸਵਾਲ ਦੇ 1.25 ਅੰਕ ਹੋਣਗੇ ਤੇ ਕੁੱਲ ਅੰਕ ਹੋਣਗੇ 100। ਸਵਾਲ ਹੋਣਗੇ 80। ਬਿਲਕੁਲ। ਜੇਕਰ ਵਿਦਿਆਰਥੀ ਸਹੀ ਹੱਲ ਕਰਦਾ ਹੈ, ਸਹੀ ਸਵਾਲ ਸਹੀ ਉੱਤਰ ਦਿੰਦਾ ਹੈ ਤਾਂ ਉਹਨੂੰ 1.25 ਨੰਬਰ ਮਿਲੇਗਾ। ਜੇਕਰ ਗਲਤ ਕਰ ਦਿੰਦਾ ਹੈ ਤਾਂ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ। ਇਹ ਹੈ ਆਪਣਾ ਜੋ ਕਦੋਂ ਪੇਪਰ ਹੋਣਾ ਹੈ, ਕਿੰਨੇ ਘੰਟਿਆਂ ਦਾ ਹੋਵੇਗਾ ਤੇ ਕਿੰਨੇ ਸਵਾਲ ਤੇ ਕਿੰਨੇ ਉਹਦੇ ਅੰਕ ਹੋਣਗੇ। ਅੱਗੇ ਚੱਲਦੇ ਹਾਂ। ਇਸ ਪੈਟਰਨ ਨੂੰ, ਇਸ ਪੇਪਰ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ। ਸੰਜੀਵ ਦੱਸੋ 3 ਹਿੱਸਿਆਂ ਬਾਰੇ। ਇਸ ਪੇਪਰ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾ ਜੋ ਹਿੱਸਾ ਹੈ ਮਾਨਸਿਕ ਯੋਗਤਾ। ਮਾਨਸਿਕ ਯੋਗਤਾ ਦੇ ਕੁੱਲ 40 ਪ੍ਰਸ਼ਨ ਹੋਣਗੇ। 40 ਪ੍ਰਸ਼ਨ, ਇੱਕ ਪ੍ਰਸ਼ਨ ਦੇ ਅੰਕ ਹੋਣਗੇ 1.25 ਯਾਨੀ ਕਿ 1.25 ਅੰਕ ਇੱਕ ਪ੍ਰਸ਼ਨ ਦਾ ਹੋਵੇਗਾ। ਕੁੱਲ 40 ਪ੍ਰਸ਼ਨ ਹਨ ਤੇ 40 ਪ੍ਰਸ਼ਨਾਂ ਦੇ ਅੰਕ ਬਣ ਜਾਂਦੇ ਹਨ 50 ਅੰਕ। ਇਸ ਤਰ੍ਹਾਂ ਦੂਸਰਾ ਪੈਟਰਨ ਹੈ ਗਣਿਤ ਵਿਸ਼ੇ ਦਾ। ਗਣਿਤ ਵਿਸ਼ੇ ਦੇ 20 ਕੁਐਸਚਨ ਹੋਣਗੇ, 20 ਸਵਾਲ ਹੋਣਗੇ। 20 ਸਵਾਲਾਂ ਦੇ ਵਿੱਚ ਹਰ ਇੱਕ ਸਵਾਲ ਦਾ 1.25 ਅੰਕ ਹੈ, 1.25 ਅੰਕ ਹੈ, ਤਾਂ ਕੁੱਲ ਅੰਕ ਬਣ ਗਏ ਗਣਿਤ ਵਿਸ਼ੇ ਦੇ 25। ਬਿਲਕੁਲ। ਹੁਣ ਤੱਕ ਸੰਜੀਵ ਨੇ ਦੱਸਿਆ ਵੀ 2 ਸੈਕਸ਼ਨਾਂ ਦੀ ਗੱਲ ਕੀਤੀ ਹੈ। ਪਹਿਲਾ ਸੈਕਸ਼ਨ ਹੈ ਮਾਨਸਿਕ ਯੋਗਤਾ। ਮਾਨਸਿਕ ਯੋਗਤਾ ਦੇ ਕੁੱਲ ਆਪਣੇ ਕੋਲੇ 40 ਕੁਐਸਚਨ ਹੋਣਗੇ ਤੇ 50 ਅੰਕ ਹੋਣਗੇ। ਉਸ ਤੋਂ ਬਾਅਦ ਦੱਸਿਆ ਹੈ ਗਣਿਤ ਦਾ ਜੋ ਸੈਕਸ਼ਨ ਹੈ। ਤੀਸਰਾ ਸੈਕਸ਼ਨ ਹੈ ਆਪਣੇ ਕੋਲ, ਉਹ ਹੈ ਭਾਸ਼ਾ ਦਾ। ਜਿਨ੍ਹਾਂ ਵਿਦਿਆਰਥੀਆਂ ਨੇ ਇਸ ਫਾਰਮ ਵਿੱਚ ਅੰਗਰੇਜ਼ੀ ਭਾਸ਼ਾ ਭਰੀ ਹੈ ਉਸ ਨੂੰ ਅੰਗਰੇਜ਼ੀ ਭਾਸ਼ਾ ਸੰਬੰਧੀ ਪੇਪਰ ਹੋਵੇਗਾ, ਤੇ ਜਿਨ੍ਹਾਂ ਨੇ ਪੰਜਾਬੀ ਪੜ੍ਹੀ ਹੈ ਉਹਨਾਂ ਨੂੰ ਪੰਜਾਬੀ ਭਾਸ਼ਾ ਸੰਬੰਧੀ ਟੈਸਟ ਹੋਵੇਗਾ। ਇਸ ਦੇ ਵਿੱਚ, ਇਸ ਭਾਸ਼ਾ ਵਾਲੇ ਸੈਕਸ਼ਨ ਵਿੱਚ 20 ਕੁੱਲ ਸਵਾਲ ਹੋਣਗੇ, ਉਹਨਾਂ ਦੇ 25 ਅੰਕ ਹੋਣਗੇ। ਕਿਉਂਕਿ ਹਰ ਇੱਕ ਸਵਾਲ ਦਾ, ਹਰ ਇੱਕ ਪ੍ਰਸ਼ਨ ਦਾ 1.25 ਅੰਕ ਹੈ, ਇਸ ਲਈ ਭਾਸ਼ਾ ਦੇ 20 ਪ੍ਰਸ਼ਨਾਂ ਦੇ 25 ਅੰਕ ਹੋਣਗੇ। ਕੁੱਲ 80 ਪ੍ਰਸ਼ਨ ਬਣ ਗਏ ਹਨ ਤੇ ਅੰਕ ਬਣ ਗਏ ਹਨ ਉਹਨਾਂ ਦੇ 100। ਬਿਲਕੁਲ। ਅੱਗੇ ਗੱਲ ਕਰਦੇ ਹਾਂ ਜੋ ਪਹਿਲਾ ਸੈਕਸ਼ਨ ਹੈ ਮਾਨਸਿਕ ਯੋਗਤਾ ਬਾਰੇ। ਇਹਦੇ ਵਿੱਚ ਕਿੰਨੇ ਸਵਾਲ ਹੋਣਗੇ ਉਹਦੇ ਵਿੱਚ ਡਿਟੇਲ ਵਿੱਚ ਗੱਲ ਕਰਦੇ ਹਾਂ। ਜੋ ਮਾਨਸਿਕ ਯੋਗਤਾ ਵਾਲਾ ਸੈਕਸ਼ਨ ਹੈ ਉਹਦੇ ਵਿੱਚ ਕੁੱਲ ਕੈਟਾਗਰੀ, ਕਿੰਨੇ ਕਿਸਮਾਂ ਦੇ ਸਵਾਲ ਹੋਣਗੇ, ਤਾਂ ਕੁੱਲ 10 ਕੈਟਾਗਰੀਆਂ ਹੋਣੀਆਂ। 10 ਕੈਟਾਗਰੀ ਹੋਊਗਾ। ਹਰੇਕ ਕੈਟਾਗਰੀ ਦੇ ਵਿੱਚ 4 ਪ੍ਰਸ਼ਨ ਪੁੱਛੇ ਜਾਣਗੇ। ਅੱਗੇ ਸਾਰੀ ਕੈਟਾਗਰੀ ਦੀ ਆਪਾਂ ਗੱਲ ਕਰਾਂਗੇ। ਵੀਡੀਓ ਨਾਲ ਲਗਾਤਾਰ ਜੁੜੇ ਰਹੋ। ਹਰੇਕ ਪ੍ਰਸ਼ਨ ਦਾ ਜੋ ਅੰਕ ਹੈ, ਪਹਿਲਾਂ ਆਪਾਂ ਗੱਲ ਕੀਤੀ ਹੈ 1.25 ਅੰਕ ਮਿਲੇਗਾ ਸਹੀ ਉੱਤਰ ਦੇਣ ਤੇ, ਅਤੇ ਪੂਰੇ ਮਾਨਸਿਕ ਜੋ ਯੋਗਤਾ ਹੈ ਇਸ ਸੈਕਸ਼ਨ ਦੇ ਕੁੱਲ ਅੰਕ ਹੋਣਗੇ 50। 40 ਪ੍ਰਸ਼ਨਾਂ ਦੇ 50 ਅੰਕ ਹੋਣਗੇ। ਅੱਗੇ ਦੇਖਦੇ ਹਾਂ ਇਸ ਮਾਨਸਿਕ ਯੋਗਤਾ ਦੇ ਜੋ 10 ਕੈਟਾਗਰੀ ਹੈ, 10 ਕਿਸਮਾਂ ਨੇ, ਉਹ ਕਿਹੜੀਆਂ ਹਨ। ਹਰ ਇੱਕ ਕਿਸਮ ਦੇ ਵਿੱਚੋਂ 4 ਪ੍ਰਸ਼ਨ ਆਉਣਗੇ ਤਾਂ ਕੁੱਲ 40 ਪ੍ਰਸ਼ਨ ਬਣ ਜਾਣਗੇ। 40 ਪ੍ਰਸ਼ਨਾਂ ਦੇ ਅੰਕ ਹੋਣਗੇ 50, ਕਿਉਂਕਿ ਇੱਕ ਪ੍ਰਸ਼ਨ ਦੇ 1.25 ਅੰਕ ਹੈ। ਉਹਨਾਂ ਕਿਸਮਾਂ ਦੇ ਵਿੱਚੋਂ ਜੋ ਪਹਿਲੀ ਕਿਸਮ ਹੈ ਮਾਨਸਿਕ ਯੋਗਤਾ ਦੇ ਵਿੱਚ, ਪਹਿਲੀ ਕਿਸਮ ਹੈ ਓਡ 1 ਆਊਟ। ਇਸ ਤਰ੍ਹਾਂ ਦੇ ਆਪਾਂ ਨੂੰ ਇਸ ਤਰ੍ਹਾਂ ਦੀ ਕੈਟਾਗਰੀ ਚੋਂ 4 ਸਵਾਲ ਆਉਣਗੇ, ਕਿਉਂਕਿ ਹਰ ਇੱਕ ਕੈਟਾਗਰੀ ਚੋਂ 4 ਸਵਾਲ ਆਉਣੇ ਹਨ। ਓਡ 1 ਆਊਟ ਪਹਿਲੀ ਕੈਟਾਗਰੀ ਹੈ। ਇਸ ਤਰ੍ਹਾਂ 4 ਅੰਕੜੇ ਆਪਾਂ ਨੂੰ ਦਿੱਤੇ ਜਾਣਗੇ, 4 ਜਵਾਬ ਦਿੱਤੇ ਜਾਣਗੇ। 4 ਵਿੱਚੋਂ ਜੋ ਵੱਖਰਾ ਅੰਕੜਾ ਹੈ ਉਹ ਆਪਾਂ ਟਿਕ ਕਰਨਾ ਹੈ, ਉਹ ਦੱਸਣਾ ਹੈ, ਆਊਟ ਕਰਨਾ ਹੈ।
ਇਸ ਤਰ੍ਹਾਂ ਦੀ ਕੈਟਾਗਰੀ ਦੇ 4 ਪ੍ਰਸ਼ਨ ਆਉਣਗੇ। ਜਿਸ ਤਰ੍ਹਾਂ ਸ਼ਕਲਾਂ ਬਣਾਈਆਂ ਹੋਣੀਆਂ, ਸ਼ੇਪ ਬਣਾਈ ਹੋਈ ਹੈ, ਇਹਦੇ ਵਿੱਚੋਂ 3 ਇੱਕ ਨਾਲ ਦੀਆਂ ਹੋਣੀਆਂ ਤੇ ਇੱਕ ਸ਼ਕਲ ਵੱਖਰੀ ਹੋਵੇਗੀ, ਉਹ ਆਪਾਂ ਆਊਟ ਕਰਨੀ ਹੈ। ਤੁਹਾਨੂੰ ਦਿਖਾਏਗੀ ਤਸਵੀਰ ਵਿੱਚ ਓਡ 1 ਆਊਟ ਹੈ, ਇਹ ਵਾਲਾ ਸੈਕਸ਼ਨ ਗਲਤ ਹੈ, ਇਹ ਵਾਲਾ ਸੈਕਸ਼ਨ ਦੂਸਰੇ ਦਿਨ ਨਾਲ ਨਹੀਂ ਮਿਲਦਾ, ਇਹਨੂੰ ਆਪਾਂ ਬਾਹਰ ਕੱਢਣਾ ਹੈ। ਤਾਂ ਵਿਦਿਆਰਥੀ ਦੇ ਆਪਸ਼ਨ ਜੋ ਦਿੱਤੇ ਨੇ A B C D ਜੋ ਕਿ OMR ਸ਼ੀਟ ਦਿੱਤੇ ਨੇ, ਉੱਥੇ ਜੋ ਸਹੀ ਆਪਸ਼ਨ ਹੈ ਉਸ ਨੂੰ ਪੂਰੀ ਤਰ੍ਹਾਂ ਕਾਲਾ ਕਰ ਦੇਣਾ ਹੈ। ਕਾਲਾ ਜਾਂ ਨੀਲਾ 2 ਪੈਨ ਵਰਤਨੇ ਨੇ, ਇਹਨਾਂ 'ਚ ਕੋਈ ਬਾਲ ਪੁਆਇੰਟ ਵਾਲਾ ਪੈਨ ਵਰਤਨੇ ਨੇ, ਜੈਲ ਪੈਨ ਨਹੀਂ ਵਰਤਣਾ, ਕਾਲੀ ਪ੍ਰੈਸ ਨਹੀਂ ਵਰਤਣੀ। ਵਿਦਿਆਰਥੀ ਨੇ ਇਸ ਜੋ ਗੋਲੇ ਦਾਇਰੇ ਨੂੰ ਪੂਰੀ ਤਰ੍ਹਾਂ ਕਾਲਾ ਕਰ ਦੇਣਾ ਹੈ। ਇਹ OMR ਸ਼ੀਟ ਤੇ ਤੁਹਾਨੂੰ ਮਿਲੇਗਾ। ਇਸ ਦਾ ਵੱਧ ਤੋਂ ਵੱਧ ਅਭਿਆਸ ਵੀ ਕਰਨਾ ਹੈ। ਜੀ ਜੀ ਬਿਲਕੁਲ। ਅੱਗੇ OMR ਸ਼ੀਟ ਦਿਖਾਣੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਹੋਵੇਗੀ ਵਿਦਿਆਰਥੀਆਂ ਲਈ। OMR ਸ਼ੀਟ ਤੇ 2 ਪੇਜ ਹੋਣਗੇ, ਦੋਨਾਂ ਪੇਜਾਂ ਬਾਰੇ ਸੰਜੀਵ ਜੀ ਡਿਟੇਲ ਦੱਸਿਓ। OMR ਸ਼ੀਟ ਦੇ 2 ਪੇਜ ਹੋਣਗੇ। ਪਹਿਲੇ ਪੇਜ ਦੇ ਉੱਪਰ ਵਿਦਿਆਰਥੀ ਸੰਬੰਧੀ ਜਾਣਕਾਰੀ ਭਰੀ ਜਾਵੇਗੀ, ਵਿਦਿਆਰਥੀ ਦਾ ਰੋਲ ਨੰਬਰ ਭਰਿਆ ਜਾਵੇਗਾ, ਅਲੱਗ-ਅਲੱਗ ਬਾਕਸ ਦਿੱਤੇ ਹੋਏ ਹਨ, ਉਹਨਾਂ ਵਿੱਚ ਰੋਲ ਨੰਬਰ ਦੇ ਅਲੱਗ-ਅਲੱਗ ਅੰਕ ਲਿਖਣੇ ਹਨ। ਇੱਥੇ ਰੋਲ ਨੰਬਰ ਲਿਖਣਾ ਹੈ, ਉਸ ਰੋਲ ਨੰਬਰ ਦੇ ਨੀਚੇ ਜੋ ਸਰਕਲ ਦਿੱਤੇ ਹੋਏ ਹਨ ਉਹ ਕਾਲੇ ਕਰਨੇ ਹਨ। ਇਸ ਤਰ੍ਹਾਂ ਇੱਥੇ ਮੇਨ ਟੈਸਟ ਬੁਕਲੇਟ ਨੰਬਰ ਦਿੱਤਾ ਹੋਇਆ, ਸਟੇਟ, ਡਿਸਟ੍ਰਿਕਟ, ਬਲਾਕ, ਸੈਂਟਰ, ਇਹ ਸਾਰਾ ਕੁਝ ਭਰਿਆ ਹੋਵੇਗਾ ਜਾਂ ਉੱਥੋਂ ਜੋ ਵੀ ਤੁਹਾਡੇ ਅਧਿਆਪਕ ਸਹਿਬਾਨ ਹੋਣਗੇ ਉਹ ਤੁਹਾਡੀ ਹੈਲਪ ਕਰਨਗੇ ਇਹਨਾਂ ਚੀਜ਼ਾਂ ਲਈ। ਦੂਸਰਾ ਪੇਜ ਹੈ ਤੁਹਾਡੇ ਆਨਸਰ ਦਾ। ਉੱਪਰ ਇਸ ਤਰ੍ਹਾਂ ਰੋਲ ਨੰਬਰ ਲਿਖਿਆ ਹੋਇਆ ਹੈ, ਪ੍ਰਸ਼ਨ ਪੁਸਤਿਕਾ ਕ੍ਰਮਾਂਕ ਯਾਨੀ ਕਿ ਟੈਸਟ ਬੁਕਲੇਟ ਦਾ ਨੰਬਰ ਵੀ ਦਿੱਤਾ ਹੋਇਆ, ਉਹ ਵੀ ਭਰਨਾ ਹੈ ਤੁਸੀਂ। ਨੀਚੇ ਸਰਕਲ ਦਿੱਤੇ ਹੋਏ ਆ, ਉਹਨਾਂ ਨੂੰ ਵੀ ਤੁਸੀਂ ਉਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਮਨਜੀਤ ਜੀ ਨੇ ਭਰ ਕੇ ਦੱਸਿਆ ਸੀ ਉਵੇਂ ਭਰਨੇ ਹਨ। ਆਹ ਵਾਲਾ ਆਪਣਾ ਪੋਰਸ਼ਨ ਹੈ, ਜਿਹੜੇ ਸਾਰੇ ਉੱਤਰ ਦਿੱਤੇ ਹਨ ਆਪਣੇ ਪ੍ਰਸ਼ਨ ਪੜ੍ਹ ਕੇ, ਉਹਨਾਂ ਚੋਂ ਇਹਨਾਂ ਵਿੱਚ ਤੁਸੀਂ ਜੋ ਵੀ ਪਹਿਲੇ ਪ੍ਰਸ਼ਨ ਦਾ ਉੱਤਰ ਹੈ ਉਹ ਉੱਤਰ ਤੁਸੀਂ ਕਾਲਾ ਕਰਨਾ ਹੈ ਜਾਂ ਪੈਨ ਨਾਲ ਨੀਲਾ ਕਰਨਾ ਹੈ। ਬਿਲਕੁਲ ਜੀ ਬਿਲਕੁਲ। ਵਿਦਿਆਰਥੀ ਆਪਣੇ ਐਗਜ਼ਾਮੀਨੇਸ਼ਨ ਸੈਂਟਰ ਜਾਣ ਲੱਗੇ ਆਪਣਾ ਐਡਮਿਟ ਕਾਰਡ ਨਾਲ ਲੈ ਕੇ ਜਾਣਗੇ। ਤਾਂ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਬੈਠਣਗੇ ਤਾਂ ਉੱਥੇ ਜੋ ਐਗਜ਼ਾਮੀਨਰਸ ਨੇ ਉਹ 2 ਤੁਹਾਨੂੰ ਚੀਜ਼ਾਂ ਦੇਣਗੇ, ਇੱਕ ਪ੍ਰਸ਼ਨ ਉੱਤਰ, ਇੱਕ ਪ੍ਰਸ਼ਨ ਦੀ ਜੋ ਪੁਸਤਕ ਆ ਉਹ ਦੇਣਗੇ ਤੇ ਦੂਸਰਾ OMR ਸ਼ੀਟ ਦੇਣਗੇ। ਦੋਨਾਂ ਨੇ ਵਿਦਿਆਰਥੀ ਨੇ ਧਿਆਨ ਨਾਲ ਕੰਮ ਇੱਥੇ ਕਰਨਾ ਹੈ। ਤਾਂ ਜੋ ਕੈਟਾਗਰੀ ਆਪਣੀ ਮਾਨਸਿਕ ਯੋਗਤਾ ਜਿਵੇਂ ਪਹਿਲਾਂ ਗੱਲ ਕੀਤੀ ਹੈ 10 ਤਰ੍ਹਾਂ ਦੀ ਕੈਟਾਗਰੀ ਹੋਣਗੇ, ਹਰ ਇੱਕ ਕੈਟਾਗਰੀ 4 ਪ੍ਰਸ਼ਨ ਹੋਣਗੇ। ਪਹਿਲੀ ਕੈਟਾਗਰੀ ਸੰਜੀਵ ਨੇ ਦੱਸਤੀ। ਦੂਸਰੀ ਕੈਟਾਗਰੀ ਹੈ ਚਿੱਤਰ ਮੇਲ ਜਾਂ ਫਿਗਰ ਮੈਚਿੰਗ। ਇਹਦੇ ਵਿੱਚ ਕੀ ਹੋਵੇਗਾ, ਇੱਕ ਤਸਵੀਰ ਦਿੱਤੀ ਜਾਵੇਗੀ, ਉਸ ਤਸਵੀਰ ਦੇ ਨਾਲ ਸਾਹਮਣੇ ਕੀ ਹੈ 4 ਤਸਵੀਰਾਂ ਹੋਰ ਦਿੱਤੀਆਂ ਹੋਣਗੀਆਂ। ਵਿਦਿਆਰਥੀ ਨੇ ਕੀ ਕਰਨਾ ਹੈ, ਜੋ ਪਹਿਲੀ ਤਸਵੀਰ ਦਿੱਤੀ ਹੈ ਉਸ ਨਾਲ ਕਿਹੜੀ ਤਸਵੀਰ 4 ਵਿੱਚੋਂ ਮੈਚ ਕਰਦੀ ਹੈ ਉਹਦੇ ਜੋ ਉਹਨੂੰ ਚੁਣਨਾ ਹੈ ਤੇ ਆਪਣੀ OMR ਸ਼ੀਟ ਤੇ ਸਹੀ ਆਨਸਰ ਦੇਣਾ ਹੈ। ਉਦਾਹਰਨ ਲਈ ਇਸ ਪ੍ਰਸ਼ਨ ਦੇ ਵਿੱਚ ਜੋ ਪਹਿਲੀ ਤਸਵੀਰ ਹੈ ਇਸ ਦੇ ਨਾਲ ਜੋ C ਵਾਲੀ ਤਸਵੀਰ ਆ ਉਹ ਮੈਚ ਕਰਦੀ ਹੈ, ਬਿਲਕੁਲ ਇਹਦੇ ਨਾਲ ਮੈਚ ਕਰਦੀ ਹੈ। ਵਿਦਿਆਰਥੀ ਨੇ ਆਪਣੀ OMR ਸ਼ੀਟ ਤੇ C ਵਾਲੇ ਜੋ C ਵਾਲਾ ਜੋ ਗੋਲ ਦਾਇਰਾ ਹੈ ਉਸ ਨੂੰ ਕਾਲਾ ਕਰ ਦੇਣਾ ਹੈ। ਇਹ ਮਾਨਸਿਕ ਯੋਗਤਾ ਦੀ ਤੀਸਰੀ ਕੈਟਾਗਰੀ ਹੈ ਪੈਟਰਨ ਪੂਰਾ ਕਰੋ। ਪੈਟਰਨ ਪੂਰਾ ਕਰਨਾ ਹੈ। ਇਹ ਵਿਦਿਆਰਥੀ ਵਾਸਤੇ ਕੀ ਹੋਵੇਗਾ, ਇੱਕ ਸਵਾਲ ਵਾਲੀ ਪਿਕਚਰ ਹੋਵੇਗੀ ਤੇ 4 ਆਨਸਰ ਵਾਲੀ ਪਿਕਚਰ ਹੋਵੇਗੀ। ਵਿਦਿਆਰਥੀ ਨੇ ਕਰਨਾ ਕੀ ਹੈ, ਸਵਾਲ ਵਾਲੀ ਪਿਕਚਰ ਨੂੰ ਪੂਰਾ ਕਰਨਾ, ਪੈਟਰਨ ਨੂੰ ਪੂਰਾ ਕਰਨਾ ਹੈ ਜਿਹਦਾ ਆਨਸਰ ਅੱਗੇ 4 ਵਿੱਚ ਹੋਵੇਗਾ। ਤਾਂ ਵਿਦਿਆਰਥੀ ਨੇ ਧਿਆਨ ਨਾਲ ਦੇਖਣਾ ਹੈ ਵੀ ਇਸ ਖਾਲੀ ਥਾਂ ਤੇ ਕਿਹੜੀ ਤਸਵੀਰ ਆਵੇਗੀ। ਇਸ ਤਰ੍ਹਾਂ ਪੈਟਰਨ ਪੂਰਾ ਕਰਨਾ ਮਾਨਸਿਕ ਯੋਗਤਾ ਦੀ ਤੀਸਰੀ ਕੈਟਾਗਰੀ ਹੈ। ਜੇ ਗੱਲ ਕਰੀਏ ਆਪਾਂ ਚੌਥੀ ਕੈਟਾਗਰੀ ਦੀ, ਚੌਥੀ ਕੈਟਾਗਰੀ ਹੈ ਲੜੀ ਸੀਰੀਜ਼। ਉਦਾਹਰਨ ਲਈ ਮੈਂ ਲਿਖਦਾ 2 4 6 ਤੇ ਨੈਕਸਟ ਕੀ ਆਵੇਗਾ, ਲੜੀ ਬਣਦੀ ਹੈ ਦੂਏ ਦੇ ਪਹਾੜੇ ਤੇ 2 4 6 ਨੈਕਸਟ 8 ਆਵੇਗਾ। ਇਸ ਤਰ੍ਹਾਂ ਡਾਇਗਰਾਮ ਦੇ ਵਿੱਚ ਇਸ ਤਰ੍ਹਾਂ ਦਾ ਜੋ ਲੜੀ ਵਾਲਾ ਪ੍ਰਸ਼ਨ ਆਵੇਗਾ ਤੁਹਾਡੇ ਪੇਪਰ ਵਿੱਚ। ਲੜੀ ਤੇ ਆਤ ਲੜੀ ਨੂੰ ਪੂਰਾ ਕਰਨਾ ਹੈ। ਪਹਿਲਾ ਕੁਐਸਚਨ ਹੈ, ਦੂਸਰਾ ਤੇ ਤੀਸਰਾ ਤੇ ਚੌਥੇ ਥਾਂ ਤੇ ਕਿਹੜੀ ਆਕ੍ਰਿਤੀ ਆਵੇਗੀ, ਇਹ ਲੜੀ ਪੂਰੀ ਕਰਨੀ ਹੈ ਵਿਦਿਆਰਥੀ ਨੇ। ਟੌਪਿਕ ਹੈ ਇਸ ਦੇ ਵਿੱਚ ਵਰਗੀਕਰਨ। ਵਰਗੀਕਰਨ ਦੇ ਵਿੱਚ ਕੀ ਹੈ ਕਿ ਆਪਾਂ ਨੂੰ 3 ਆਕ੍ਰਿਤੀਆਂ ਦਿੱਤੀਆਂ ਹੋਈਆਂ, ਚੌਥੀ ਆਕ੍ਰਿਤੀ ਦੇ ਵਿੱਚ ਕਿਹੜੀ ਆਕ੍ਰਿਤੀ ਇਸ ਦਾ ਉੱਤਰ ਆਵੇਗੀ ਉਹ ਇਹਨਾਂ ਵਿੱਚੋਂ ਚੁਣ ਕੇ ਆਪਾਂ ਇੱਕ ਇੱਥੇ ਚੁਣਨਾ ਹੈਗਾ। ਦੇਖੋ ਇਹ ਇੱਕ ਤਿਕੋਣ ਦਿੱਤੀ ਹੋਈ ਹੈ ਉੱਪਰ ਵੱਲ ਨੂੰ ਫੇਸ ਕਰਕੇ, ਫਿਰ ਉਸ ਤੋਂ ਬਾਅਦ ਨੀਚੇ ਵੱਲ ਨੂੰ, ਉਸ ਤੋਂ ਬਾਅਦ 5 ਭੁਜ ਦਿੱਤੀ ਹੋਈ ਉੱਪਰ ਵੱਲ ਨੂੰ ਜਾ ਰਹੀ ਹੈ, ਹੁਣ 5 ਭੁਜ ਨੀਚੇ ਵੱਲ ਆਵੇਗੀ। ਇਹਨਾਂ ਵਿੱਚੋਂ ਆਪਾਂ ਉਹ ਆਨਸਰ ਚੂਜ਼ ਕਰ ਲੈਣਾ ਹੈ ਜਿਵੇਂ ਇਹ ਆਨਸਰ ਸਹੀ ਹੈ। ਅਗਲੀ ਆਪਣੇ ਕੋਲ ਹੈ ਕੈਟਾਗਰੀ ਇਸ ਦੀ, ਅਗਲੀ ਕੈਟਾਗਰੀ ਹੈ ਜਿਓਮੈਟ੍ਰੀਕਲ। ਜਿਓਮੈਟ੍ਰੀਕਲ ਦੇ ਵਿੱਚ ਕੀ ਹੈ ਕਿ ਆਪਾਂ ਨੂੰ ਇੱਕ ਪ੍ਰਸ਼ਨ ਦੇ ਵਿੱਚ ਇੱਕ ਸ਼ਕਲ ਦਿੱਤੀ ਹੋਈ ਹੈ ਬਟ ਅਧੂਰੀ ਹੈ,
ਉਸ ਅਧੂਰੀ ਸ਼ਕਲ ਨੂੰ ਉਸ ਦਾ ਦੂਸਰਾ ਪਾਰਟ ਤੋੜ ਕੇ ਇਹਨਾਂ 5 ਆਨਸਰਾਂ ਦੇ ਵਿੱਚ ਦਿੱਤਾ ਗਿਆ ਹੈ। ਉਹਨਾਂ ਆਨਸਰਾਂ ਚੋਂ ਉਹ ਉੱਤਰ ਚੁੱਕ ਕੇ 4 ਉੱਤਰਾਂ ਵਿੱਚ ਦਿੱਤਾ ਗਿਆ ਹੈ। ਉਹ ਉੱਤਰ ਚਾਰਾਂ ਵਿੱਚੋਂ ਇੱਕ ਸਹੀ ਉੱਤਰ ਚੁਣ ਕੇ ਆਪਾਂ ਉੱਥੇ ਭਰ ਕੇ ਦੇਖਣਾ ਹੈ। ਜੋ ਸਹੀ ਹੋਵੇਗਾ ਤਾਂ ਉਹ ਇੱਕ ਤਿਕੋਣ ਵਰਗ ਜਾਂ ਚੱਕਰ ਦੀ ਸ਼ਕਲ ਬਣ ਜਾਵੇਗੀ। ਤਾਂ ਉਹ ਦੇਖਦੇ ਹਾਂ ਇਹ ਵਰਗ ਦੀ ਸ਼ਕਲ ਬਣਦੀ ਹੈ। ਇਸ ਦਾ ਕਿਹੜਾ ਹਿੱਸਾ ਜੋ ਇਸ ਨਾਲੋਂ ਕੱਟ ਕੇ ਵੱਖ ਕੀਤਾ ਗਿਆ ਹੈ, ਇਹ ਉੱਤਰ ਦਾ ਜੋ ਹਿੱਸਾ ਹੈ ਉਹ ਇਸ ਤੋਂ ਕੱਟ ਕੇ ਵੱਖ ਕੀਤਾ ਗਿਆ। ਜੇ ਇਸ ਨੂੰ ਜੋੜ ਦਈਏ ਤਾਂ ਇੱਕ ਵਰਗ ਬਣ ਜਾਵੇਗਾ। ਇਸ ਤੋਂ ਨੈਕਸਟ ਅਗਲੀ ਕੈਟਾਗਰੀ ਹੈ ਆਪਣੇ ਕੋਲ ਦਰਪਣ ਦੀ। ਉਸ ਬਾਰੇ ਮਨਜੀਤ ਜੀ ਦੱਸਣਗੇ। ਦਰਪਣ ਸ਼ੀਸ਼ੇ ਵਿੱਚ ਇੱਕ ਤਸਵੀਰ ਉਲਟੀ ਦਿਖਾਈ ਦਿੰਦੀ ਹੈ, ਤਾਂ ਉਲਟੀ ਦਿਖਾਈ ਦੇਣ ਵਾਲੀ ਤਸਵੀਰ ਲੱਭਣੀ ਹੈ ਵਿਦਿਆਰਥੀਆਂ ਨੇ। ਸ਼ੀਸ਼ਾ ਹੁੰਦਾ, ਸ਼ੀਸ਼ੇ ਦੇ ਵਿੱਚ ਉਲਟ ਵਾਲੇ ਪਾਸੇ ਦੀ ਤਸਵੀਰ ਦਿਖਾਈ ਦਿੰਦੀ ਹੈ, ਉਹ ਲੱਭਣੀ ਹੈ। ਪਹਿਲਾ ਇੱਕ ਕੁਐਸਚਨ ਫਿਗਰ ਹੈ, ਪੇਪਰ ਜੋ ਪ੍ਰਸ਼ਨ ਵਾਲੀ ਤਸਵੀਰ ਹੈ, ਤੇ ਅੱਗੇ ਕੀ ਹੈ 4 ਆਨਸਰ ਵਾਲੀ ਤਸਵੀਰਾਂ ਨੇ। पहली जो शीशा रखा हुआ है, शीशे के एक तस्वीर रखी हुई है, उस तस्वीर किवें रिफ्लेक्ट होगी, उल्टी किवें दिखाई देगी। इन 4 आंसर विचों सही आंसर विद्यार्थी ने लभना है। दर्पण या मिरर या वाटर इमेज भी कहते हैं। वाटर इमेज नीचे इमेज हुंदी है ते मिरर च साइड ते इमेज हुंदी है। इस बेसिक योग्यता दी 8वीं कैटेगरी है कागज मोड़ना। इस कैटेगरी विच 3 क्वेश्चन वाली आकृति ਦਿੱਤੀਆਂ ਹੋਣੀਆਂ ਅਤੇ 4 ਆਨਸਰ ਵਾਲੀਆਂ ਆकृति ਦਿੱਤੀਆਂ ਹੋਣੀਆਂ। ਤੇ ਕਾਗਜ਼ ਨੂੰ ਫੋਲਡ ਕੀਤਾ ਤੇ ਕਾਗਜ਼ ਨੂੰ ਪੰਚ ਕੀਤਾ ਜਾਂ ਕੱਟ ਕੀਤਾ ਜਾਂਦਾ, ਉਸ ਨੂੰ ਅਨਫੋਲਡ ਕੀਤਾ ਜਾਂਦਾ ਹੈ। ਫਿਰ ਕਿਸ ਤਰ੍ਹਾਂ ਦੀ ਆकृति ਆਵੇਗੀ, ਇਸ ਤਰ੍ਹਾਂ ਦੀ ਕੈਟਾਗਰੀ ਹੋਵੇਗੀ। ਕਾਗਜ਼ ਮੋੜਨਾ, ਉਸ ਨੂੰ ਪੰਚ ਕਰਨਾ ਤੇ ਫਿਰ ਅਨਫੋਲਡ ਕਰਨਾ, ਖੋਲ ਲੈਣਾ, ਕਿਸ ਤਰ੍ਹਾਂ ਦੀ ਆकृति ਸਾਹਮਣੇ ਆਵੇਗੀ। ਇਹ 8ਵੀਂ ਕੈਟਾਗਰੀ ਹੋਵੇਗੀ ਮਾਨਸਿਕ ਯੋਗਤਾ ਦੇ ਤਹਿਤ। 9ਵੀਂ कैटेगरी की गल करते हैं। 9ਵੀਂ कैटेगरी आ कागज दे टुकड़े। कागज दे टुकड़े विद्यार्थियों वास्ते बहुत ही हरमन प्यारी खेड है। इस कैटेगरी की होएगा कि कागज दे टुकड़े दिते गए होंगे आकृति विच, उन्हां जो टुकड़ियां नूं जोड़िया जांदा तां किस तरह की आकृति सामने आवेगी। इस तरह की कैटेगरी आवेगी मानसिक योग्यता तहत। इस कैटेगरी विच भी कुल 4 प्रश्न तुहानूं विद्यार्थियों नूं पूछे जाणगे। अंतिम कैटेगरी है जो मानसिक योग्यता ओहदी गल कर रही आपां, ਉਹ ਹੈ ਲੁਕੀ ਹੋਈ ਆकृति। ਇਹਦੇ ਵਿੱਚ ਕੀ ਹੈ, ਇੱਕ ਸਵਾਲ ਵਾਲੀ ਆकृति ਹੋਵੇਗੀ ਤੇ 4 ਉਹਦੇ ਵਿੱਚ ਆਨਸਰ ਹੋਣਗੇ। ਜੋ ਪਹਿਲੀ ਸਵਾਲ ਵਾਲੀ ਆकृति ਹੋਵੇਗੀ ਉਹ ਵਾਲੀ ਆकृति ਦਾ ਉੱਤਰ ਵਾਲੀ ਆकृतियां ਵਿੱਚ ਛੁਪੀ ਹੋਈ ਹੋਵੇਗੀ। ਤਾਂ ਵਿਦਿਆਰਥੀ ਨੇ ਕੀ ਕਰਨਾ ਹੈ, ਇਸ ਆकृति ਨੂੰ ਇਹਨਾਂ 4 ਆकृतियां ਵਿੱਚੋਂ ਲੱਭਣਾ ਹੈ ਕਿਸ ਆकृति ਵਿੱਚ ਇਹ ਵਾਲੀ ਆकृति ਛੁਪੀ ਹੋਈ ਹੈ। ਇਹ ਵਾਲੀ ਜੋ ਮਾਨਸਿਕ ਯੋਗਤਾ ਵਿੱਚ 10ਵੀਂ कैटेगरी है, ਇਹਦੇ ਵਿੱਚ ਵੀ 4 प्रश्न विद्यार्थियों ने हल करने होंगे। इस तरह मानसिक योग्यता ਦੇ कुल 10 कैटेगरी है। इस तरह मानसिक योग्यता ਦੀਆਂ कुल 10 कैटेगरी ਹਨ। ਹਰੇਕ कैटेगरी 4 प्रश्न पूछे जाने ਨੇ। कुल प्रश्न बन जाएंगे 40 ਤੇ अंक ਹੋਣਗੇ 50। ਸੈਕਸ਼ਨ ਨੰਬਰ 2 ਹੈ ਗਣਿਤ। ਗਣਿਤ ਵਿਸ਼ੇ ਵਿੱਚ ਕੁੱਲ ਕੈਟਾਗਰੀਜ਼ ਹੋਣੀਆਂ ਆਪਣੇ ਕੋਲ 12 ਚੈਪਟਰ ਹੋਣਗੇ ਗਣਿਤ ਵਿਸ਼ੇ ਦੇ। ਹਰੇਕ ਕੈਟਾਗਰੀ ਦੇ ਵਿੱਚੋਂ ਇੱਕ ਪ੍ਰਸ਼ਨ ਆਉਣਾ ਲਾਜ਼ਮੀ ਹੈ, ਕਿਉਂਕਿ ਕੁੱਲ ਪ੍ਰਸ਼ਨ ਹਨ 20 ਤੇ ਹਰੇਕ ਪ੍ਰਸ਼ਨ ਦੇ ਅੰਕ ਹਨ 1.25 ਤੇ ਕੁੱਲ ਅੰਕ ਹੋਣਗੇ 25। ਆਪਣੇ ਕੋਲ 20 ਪ੍ਰਸ਼ਨ ਆਉਣਗੇ, 12 ਕੈਟਾਗਰੀਜ਼ ਹਨ, 12 ਚੈਪਟਰ ਹਨ, ਹਰੇਕ ਪ੍ਰਸ਼ਨ ਦੇ 1.25 ਅੰਕ ਹਨ। ਹਰੇਕ ਕੈਟਾਗਰੀ ਦਾ ਜਿਹੜਾ ਪ੍ਰਸ਼ਨ 1 ਪਲੱਸ ਆਵੇਗਾ, ਯਾਨੀ ਕਿ ਇੱਕ ਪ੍ਰਸ਼ਨ ਤੋਂ ਵੱਧ ਆ ਸਕਦਾ ਹੈ। ਤੇ ਇਸ ਸੈਸ਼ਨ ਦੇ ਜੋ ਕੁੱਲ ਅੰਕ ਹੋਣਗੇ 25। ਹੁਣ ਆਪਾਂ ਦੇਖਦੇ ਹਾਂ ਇਸ ਵਿੱਚ ਜੋ ਕੀ ਕੁਝ ਚੈਪਟਰ ਕਿਹੜੇ ਚੈਪਟਰ ਇਸ ਦੇ ਵਿੱਚ ਕਵਰ ਹੋਣਗੇ। ਗਣਿਤ ਵਿਸ਼ੇ ਦੇ ਵਿੱਚ ਜੋ ਗਣਿਤ ਦੇ ਵਿੱਚ ਆਪਾਂ ਜੋ ਚੈਪਟਰ ਪੜ੍ਹੇ ਹੋਏ ਹਨ ਸਾਰੇ ਗਣਿਤ ਦੇ ਬੁੱਕ ਦੇ ਵਿੱਚ, ਪਾਠ ਪੁਸਤਕ ਦੇ ਵਿੱਚ, ਗਣਿਤ ਦੀ ਕਿਤਾਬ ਦੇ ਵਿੱਚ ਜੋ ਚੈਪਟਰ ਹਨ ਉਹੀ ਸਾਰੇ ਚੈਪਟਰ ਇਹਦੇ ਵਿੱਚ ਕਵਰ ਕੀਤੇ ਗਏ ਹਨ। ਸੰਖਿਆ ਅਤੇ ਸੰਖਿਆਤਮਕ ਪ੍ਰਣਾਲੀ, ਪੂਰੀ ਸੰਖਿਆ ਅਤੇ 4 ਬੁਨਿਆਦੀ ਇਕਾਈਆਂ, ਕਾਰਕ ਅਤੇ ਗੁਣਜ, ਉਹਨਾਂ ਦੀਆਂ ਵਿਸ਼ੇਸ਼ਤਾਵਾਂ ਸਮੇਤ ਦਸ਼ਮਲਵ ਅਤੇ ਉਹਨਾਂ ਤੇ ਬੁਨਿਆਦੀ ਕਾਰਵਾਈਆਂ, ਭਿੰਨਾਂ ਦਾ ਦਸ਼ਮਲਵ ਵਿੱਚ ਰੂਪਾਂਤਰਣ ਅਤੇ ਇਸ ਦੇ ਉਲਟ, ਲੰਬਾਈ, ਪੁੰਜ, ਸਮਰੱਥਾ, ਸਮਾਂ, ਪੈਸਾ ਆਦਿ ਦਾ ਮਾਪ, ਸੰਖਿਆਤਮਕ ਸਮੀਕਰਨ ਦਾ ਸਰਲੀਕਰਨ। ਇਹ ਗਣਿਤ ਵਿਸ਼ੇ ਦੇ 12 ਜੋ ਚੈਪਟਰ ਹਨ ਉਹ ਇਹਦੇ ਵਿੱਚ ਕਵਰ ਕੀਤੇ ਗਏ ਹਨ। ਫ੍ਰੈਕਸ਼ਨ ਨੰਬਰ, ਸਮਾਨ ਅੰਸ਼, ਗੁਣਾ ਦਾ ਜੋੜ ਅਤੇ ਘਟਾਓ, ਭਿੰਨਾਂ
ਦੀ ਸੰਖਿਆ ਦੇ ਭਾਗ ਅਤੇ ਭਾਗ ਦੇ ਉਲਟ ਸ਼ਾਮਲ ਨਹੀਂ। ਇਹਦੇ ਵਿੱਚ ਪ੍ਰਤੀਸ਼ਤ ਦੀ ਗਣਨਾ ਕੀਤੇ ਬਿਨਾਂ ਲਾਭ ਅਤੇ ਹਾਨੀ, ਪ੍ਰਤੀਸ਼ਤ ਦੀ ਗਣਨਾ ਲਾਭ ਅਤੇ ਹਾਨੀ ਦੇ ਵਿਸ਼ੇ ਤੋਂ ਛੋੜ ਦਿੱਤੀ ਗਈ ਹੈ। ਘੇਰਾ ਅਤੇ ਖੇਤਰਫਲ, ਬਹੁਭੁਜ ਦਾ ਘੇਰਾ, ਵਰਗ, ਆਇਤਕਾਰ ਅਤੇ ਤਿਕੋਣ ਦਾ ਖੇਤਰਫਲ ਆਇਤਕਾਰ ਦੇ ਹਿੱਸੇ ਵਜੋਂ। ਕੋਣ ਦੀਆਂ ਕਿਸਮਾਂ ਅਤੇ ਇਸ ਦੇ ਸਧਾਰਨ ਉਪਯੋਗ, ਬਾਰ ਡਾਇਗਰਾਮ, ਗ੍ਰਾਫ ਅਤੇ ਲਾਈਨ ਚਾਰਟ ਦੀ ਵਰਤੋਂ ਕਰਦੇ ਹੋਏ ਡਾਟਾ ਵਿਸ਼ਲੇਸ਼ਣ। ਇਹ ਗਣਿਤ ਵਿਸ਼ੇ ਦੇ 12 ਚੈਪਟਰ ਹਨ ਜੋ ਇਸ ਵਿੱਚ ਕਵਰ ਕੀਤੇ ਗਏ ਹਨ। ਇਹਨਾਂ ਦੇ ਵਿੱਚੋਂ ਹਰੇਕ ਵਿੱਚੋਂ ਇੱਕ ਪ੍ਰਸ਼ਨ ਲਾਜ਼ਮੀ ਹੈ, ਇੱਕ ਤੋਂ ਵੱਧ ਵੀ ਆ ਸਕਦਾ ਹੈ। ਅੱਗੇ ਮਨਜੀਤ ਜੀ ਤੁਹਾਨੂੰ ਹੋਰ ਡਿਟੇਲ ਦੇਣਗੇ ਇਸ ਬਾਰੇ। 12 ਚੈਪਟਰ ਨੇ, 12 ਚੈਪਟਰ ਥੋੜੇ ਨਹੀਂ ਹੁੰਦੇ, ਸਮਾਂ ਬਹੁਤ ਘੱਟ ਹੈ। 20 ਜਨਵਰੀ 2024 ਨੂੰ ਇਹ ਟੈਸਟ ਹੋਣ ਜਾ ਰਿਹਾ ਹੈ। ਉਹਦੇ ਵਾਸਤੇ 12 ਚੈਪਟਰ ਮੈਥ ਦੇ ਬੱਚਿਆਂ ਵਾਸਤੇ ਕਰਨਾ ਭਾਵੇਂ ਔਖਾ ਨਹੀਂ ਹੈ ਪਰ ਸੌਖਾ ਵੀ ਨਹੀਂ ਹੈ। ਸੋ ਵਿਦਿਆਰਥੀਓ ਹੁਣੇ ਡਟ ਜਾਓ, ਇਹਨਾਂ ਪਾਠਾਂ ਦੀ ਤਿਆਰੀ ਕਰਨੀ ਹੁਣੇ ਸ਼ੁਰੂ ਕਰ ਦਿਓ। ਮੈਥ ਵੱਲ ਧਿਆਨ ਦੇਣਾ, ਆਪਣੇ ਕਲਾਸਰੂਮ 'ਚ ਆਪਣੇ ਸਾਥੀਆਂ ਨਾਲ, ਆਪਣੇ ਅਧਿਆਪਕਾਂ ਤੋਂ ਵੱਧ ਸਿੱਖਣ ਦੀ ਕੋਸ਼ਿਸ਼ ਕਰੋ। ਅਗਲਾ ਜੋ ਸੈਕਸ਼ਨ ਹੈ ਸਾਡੇ ਪੈਟਰਨ 'ਚ ਉਹ ਹੈ ਭਾਸ਼ਾ ਦਾ ਸੈਕਸ਼ਨ। ਭਾਸ਼ਾ ਦੇ ਸੈਕਸ਼ਨ ਵਿੱਚ ਕੀ ਹੈ, ਕੁੱਲ ਕੈਟਾਗਰੀ ਹੋਵੇਗੀ 4, ਕਹਿਣ ਦਾ ਭਾਵ 4 ਪੈਰੇ ਆਉਣਗੇ। 4 ਪੈਰੇ ਹੋਣਗੇ ਭਾਸ਼ਾ ਦੇ ਵਿੱਚ। ਹਰੇਕ ਪੈਰੇ ਦੇ ਮਗਰ 5 ਪ੍ਰਸ਼ਨ ਪੁੱਛੇ ਜਾਣਗੇ। ਪੈਰੇ ਹੋਣਗੇ 4, ਪ੍ਰਸ਼ਨ ਹੋਣਗੇ 5। 5 ਪ੍ਰਸ਼ਨਾਂ ਵਿੱਚ ਇੱਕ ਪ੍ਰਸ਼ਨ ਇਹ ਹੋਵੇਗਾ ਜੋ ਵਿਆਕਰਨ ਨਾਲ ਸੰਬੰਧਿਤ ਹੋਵੇਗਾ, ਜਿਵੇਂ ਲਿੰਗ ਬਦਲੋ, ਵਚਨ ਬਦਲੋ, ਉਲਟ ਸ਼ਬਦ, ਇਸ ਤਰ੍ਹਾਂ ਦਾ ਵਿਆਕਰਨ ਸ਼ਬਦ ਹੋਵੇ, ਨਾਮ, ਪੜਨਾਮ, ਇਸ ਤਰ੍ਹਾਂ ਦਾ ਇੱਕ ਜੋ ਪ੍ਰਸ਼ਨ ਹੋਵੇਗਾ ਵਿਆਕਰਨ ਨਾਲ ਸੰਬੰਧਿਤ ਹੋਵੇਗਾ। ਬਾਕੀ ਦੇ 4 ਜੋ ਪ੍ਰਸ਼ਨ ਹੋਣਗੇ ਉਹ ਪੈਰੇ ਦੇ ਵਿੱਚੋਂ ਹੋਣਗੇ। 5ਵਾਂ ਪ੍ਰਸ਼ਨ ਵੀ ਪੈਰੇ ਵਿੱਚ ਹੋਵੇਗਾ, ਪਰੰਤੂ ਉਹ ਹੋਵੇਗਾ ਵਿਆਕਰਨ ਦੇ ਆਧਾਰਿਤ। ਹਰੇਕ ਪ੍ਰਸ਼ਨ ਦੇ ਪਹਿਲਾਂ ਗੱਲ ਕੀਤੀ ਹੈ 1.25 ਅੰਕ ਮਿਲੇਗਾ। ਹਰੇਕ ਸਹੀ ਉੱਤਰ ਦਾ 1.25 ਅੰਕ ਮਿਲੇਗਾ ਅਤੇ ਪੰਜਾਬੀ ਭਾਸ਼ਾ ਜਾਂ ਭਾਸ਼ਾ ਵਾਲੇ ਸੈਕਸ਼ਨ ਦੇ ਕੁੱਲ ਅੰਕ ਹੋਣਗੇ 25 ਅੰਕਾਂ ਦਾ ਕੁੱਲ ਇਹ ਸੈਕਸ਼ਨ ਹੋਵੇਗਾ। ਇਸ ਤਰ੍ਹਾਂ ਤਿੰਨੇ ਸੈਕਸ਼ਨਾਂ ਦੀ ਗੱਲ ਕੀਤੀ ਹੈ, ਤਿੰਨੇ ਸੈਕਸ਼ਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਿੰਨਾਂ ਸੈਕਸ਼ਨਾਂ ਬਾਰੇ ਗੱਲ ਕੀਤੀ ਹੈ। ਕੁੱਲ 80 ਪ੍ਰਸ਼ਨ ਹੋਣਗੇ, 100 ਅੰਕ ਹੋਣਗੇ। ਇੱਕ ਸਹੀ ਪ੍ਰਸ਼ਨ ਦਾ ਜੋ ਉੱਤਰ ਦੇਣ ਤੇ 1.25 ਬੱਚੇ ਨੂੰ ਅੰਕ ਮਿਲਣਗੇ। ਇਹ ਸੀ ਪੇਪਰ ਦਾ ਪੈਟਰਨ। ਸੋ ਵਿਦਿਆਰਥੀਓ ਅਤੇ ਅਧਿਆਪਕੋ ਧਿਆਨ ਨਾਲ ਤਿਆਰੀ ਕਰਨੀ ਹੈ, ਡਟ ਕੇ ਤਿਆਰੀ ਕਰਨੀ ਹੈ, ਪੂਰੀ ਤਿਆਰੀ ਕਰਨੀ ਹੈ। ਤਾਂ ਜਿਨ੍ਹਾਂ ਅਧਿਆਪਕਾਂ ਨੇ, ਜਿਨ੍ਹਾਂ ਵਿਦਿਆਰਥੀਆਂ ਨੇ, ਜਿਨ੍ਹਾਂ ਮਾਪਿਆਂ ਨੇ ਹਾਲੇ ਤੱਕ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਾਈ तो जल्द अपनी रजिस्ट्रेशन करवा दो, क्योंकि अंतिम मिति बहुत नेड़े है। अंतिम मिति है 10 अगस्त 2023। 10 अगस्त 2023 तक अपने फॉर्म भरो, रजिस्ट्रेशन करवाओ, ऑनलाइन रजिस्ट्रेशन करवाओ। सारे ध्यान रखो, अंतिम मिति नेड़े है। जल्द तो जल्द अपने फॉर्म भर दो, जल्दी तो जल्दी अपने आप रजिस्टर कर लो, ता जो अंतिम मिति खत्म होने तो पहला तुहाडे फॉर्म भर जाण, तुसीं इस एंट्रेंस टेस्ट विच बैठण दे योग हो जाओ ते नवोदया स्कूल विच दाखला लै सको।